ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਅੱਜ ਇੱਕ ਬਹੁਤ ਇੰਪੋਰਟੈਂਟ ਮਸਲੇ ਤੇ ਗੱਲ ਕਰਾਂਗੇ, ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਤੇ ਇਸ ਤੋਂ ਇਲਾਵਾ ਸਪਾਊਸ ਵੀਜ਼ਾ ਕੈਨੇਡਾ ਦਾ, ਉਹਦੇ 'ਚ ਕੀ ਓਪਰਚੁਨਿਟੀਜ਼ ਨੇ, ਕੀ ਰਿਕੁਆਇਰਮੈਂਟਸ ਨੇ, ਇਹ ਸਾਰੀਆਂ ਗੱਲਾਂ ਵੀ ਕਰਾਂਗੇ। ਕਿਉਂਕਿ ਇਹ ਜਿਹੜੇ ਦੋ ਕੈਟਾਗਰੀਜ਼ ਦੇ ਵੀਜ਼ਾ ਨੇ, ਜਦੋਂ ਕੋਵਿਡ ਦਾ ਸਿਨਾਰੀਓ ਚੱਲਿਆ ਕਿਤੇ ਨਾ ਕਿਤੇ ਸਾਈਡ ਲਾਈਨ 'ਤੇ ਰਹੇ ਨੇ। ਹੁਣ ਇੱਥੇ ਨਵੀਆਂ ਓਪਰਚੁਨਿਟੀਜ਼ ਇਹਨਾਂ ਦੋਨਾਂ ਕੈਟਾਗਰੀਜ਼ 'ਚ ਵੀ ਸਾਹਮਣੇ ਆਈਆਂ ਨੇ। ਸੋ ਕੀ ਓਪਰਚੁਨਿਟੀਜ਼ ਨੇ, ਕੌਣ ਅਪਲਾਈ ਕਰ ਸਕਦਾ ਹੈ, ਕਿਸ ਤਰੀਕੇ ਦਾ ਫਿਊਚਰ ਇਹ ਤੁਹਾਨੂੰ ਦੇ ਸਕਦੀਆਂ, ਇਹ ਸਾਰੀ ਗੱਲ ਕਰਾਂਗੇ। ਬਹੁਤ ਹੀ ਬਰੀਫ ਰੱਖਾਂਗੇ ਵੀਡੀਓ ਨੂੰ, ਸੋ ਐਂਡ ਤੱਕ ਜ਼ਰੂਰ ਦੇਖੋ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਸਾਡੇ ਅੱਜ ਦੇ ਗੈਸਟ, ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਜਸਮੀਤ ਭਾਟੀਆ ਜੀ ਦਾ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸੋ ਫਰੈਂਡਸ, ਜਸਮੀਤ ਜੀ ਪਿਛਲੇ ਲਗਭਗ ਇੱਕ ਡਿਕੇਡ ਤੋਂ ਵੀ ਜ਼ਿਆਦਾ ਇਸ ਇੰਡਸਟਰੀ 'ਚ ਜੁੜੇ ਹੋਏ ਨੇ। ਬਹੁਤ ਥੋਰੋ ਸਟੱਡੀ ਹੈ ਉਹਨਾਂ ਦੀ, ਅਤੇ ਬਹੁਤ ਹੀ ਵੈਲ ਐਕ੍ਰੈਡਿਟਡ ਨੇ, ਵਰਲਡ ਲੈਵਲ ਦੀ ਐਕ੍ਰੈਡਿਟੇਸ਼ਨਸ ਰੱਖਦੇ ਨੇ, ਅਤੇ ਪੰਜਾਬ ਤੋਂ ਇਲਾਵਾ ਬਾਹਰ ਵੀ ਆਪਣੇ ਆਫਿਸਿਸ ਨੇ। ਸੋ ਇੱਕ ਐਕਸਪੀਰੀਅੰਸ ਬਹੁਤ ਵਧੀਆ ਰੱਖਦੇ ਨੇ, ਤੁਹਾਨੂੰ ਬਹੁਤ ਵਧੀਆ ਸਲਾਹ ਦੇ ਸਕਦੇ ਨੇ। ਸੋ ਕਿਸ ਤਰੀਕੇ ਨਾਲ ਦੇਖਦੇ ਹੋ ਜੀ ਟਰੈਵਲ ਵੀਜ਼ਾ ਜਿਹੜਾ? ਬਿਲਕੁਲ ਸੀ, ਦੇਖੋ ਬਹੁਤ ਸਾਰੀ ਕੁਐਰੀ ਆਉਂਦੀ ਹੈ। ਅੱਜ ਮੈਂ ਸੋਚਿਆ ਕਿ ਆਪਾਂ ਇਸ ਵੀਜ਼ਾਸ ਬਾਰੇ ਜ਼ਰੂਰ ਗੱਲ ਕਰੀਏ, ਕਿਉਂਕਿ ਅਸੀਂ ਟੂਰਿਸਟ ਵੀਜ਼ਾ 'ਚ ਵੀ ਡੀਲ ਕਰਦੇ ਹਾਂ, ਅਸੀਂ ਸਪਾਊਸ ਡਿਪੈਂਡੈਂਟ ਵੀਜ਼ਾ 'ਚ ਵੀ ਡੀਲ ਕਰਦੇ ਹਾਂ, ਜਿਹਨੂੰ SOWP ਵੀ ਕਹੀਦਾ, ਸਪਾਊਸ ਓਪਨ ਵਰਕ ਪਰਮਿਟ ਕਹੀਦਾ। ਅਸੀਂ ਪਰਮਾਨੈਂਟ ਰੈਜ਼ੀਡੈਂਸੀ ਕੈਟਾਗਰੀ 'ਚ ਵੀ ਡੀਲ ਕਰੀਦਾ, ਐਂਡ ਸੁਪਰ ਵੀਜ਼ਾ 'ਚ ਵੀ ਡੀਲ ਕਰੀਦਾ, ਪੈਰੈਂਟਲ ਵੀਜ਼ਾ 'ਚ ਵੀ ਡੀਲ ਕਰੀਦਾ। ਸੋ ਜਿਹਨੇ ਮੋਸਟਲੀ ਜਿਹੜੇ ਸਾਰੇ ਮੈਂ ਵੀਜ਼ਾ ਕੈਟਾਗਰੀਜ਼ ਕਿਹਾ, ਦੇ ਆਰ ਫॉर ਕੈਨੇਡਾ, ਬਟ ਟੂਰਿਸਟ ਵੀਜ਼ਾ ਆਲ ਕੰਟਰੀਜ਼। ਸੋ ਯੂ ਕੈਨ ਅਪਲਾਈ ਫॉर ਟੂਰਿਸਟ ਵੀਜ਼ਾਸ ਫॉर ਆਲ ਕੰਟਰੀ। ਸੋ ਅੱਜ ਦੀ ਡੇਟ 'ਚ ਨਾ ਪ੍ਰੋਸੈਸਿੰਗ ਟਾਈਮ ਪੀਰੀਅਡ ਤੁਸੀਂ ਚੈੱਕ ਕਰ ਸਕਦੇ ਹੋ ਕੈਨੇਡਾ ਦੀ ਵੈਬਸਾਈਟ 'ਤੇ ਜਾ ਕੇ, ਕਿਉਂਕਿ ਜ਼ਿਆਦਾ ਚਾਹਵਾਨ ਜਿਹੜੇ ਹੈਗੇ ਆ ਉਹ ਕੈਨੇਡਾ ਜਾਣ ਦੇ ਹੈਗੇ ਆ। ਸੋ ਕੈਨੇਡਾ ਦਾ ਜਿਹੜਾ ਟੂਰਿਸਟ ਵੀਜ਼ਾ ਦਾ ਟਰਨ ਅਰਾਊਂਡ ਟਾਈਮ ਹੈ, ਦੈਟ ਇਜ਼ ਲੈਸ ਦੈਨ 40 ਡੇਜ਼। ਸੋ ਲੈਸ ਦੈਨ 40 ਡੇਜ਼ 'ਚ ਟੂਰਿਸਟ ਵੀਜ਼ਾ ਦੇ ਰਿਜ਼ਲਟਸ ਆ ਰਹੇ ਨੇ, ਐਂਡ ਯੂ ਕੈਨ ਗੋ ਐਂਡ ਚੈੱਕ ਔਨ ਦ CIC ਪੋਰਟਲ ਔਰ CIC ਵੈਬਸਾਈਟ ਆਲਸੋ। ਸੋ ਟੂਰਿਸਟ ਵੀਜ਼ਾ ਇਜ਼ ਵੈਰੀ ਵੈਰੀ ਇੰਪੋਰਟੈਂਟ, ਕਿਉਂਕਿ ਜਦੋਂ ਪਹਿਲਾਂ ਟਰੈਵਲ ਬੰਦ ਹੋ ਗਿਆ ਸੀ, ਦੇਰ ਵਾਜ਼ ਨੋ ਵੇ ਆਊਟ ਟੂ ਗੋ ਟੂ ਅਦਰ ਕੰਟਰੀਜ਼, ਬਟ ਰਾਈਟ ਨਾਓ ਯੂਰਪ ਦੀ ਅਸੀਂ ਗੱਲ ਕਰੀਏ, ਫਰਾਂਸ ਐਂਡ ਸਵਿਟਜ਼ਰਲੈਂਡ ਆਰ ਗਿਵਿੰਗ ਵੀਜ਼ਾਸ ਵੈਰੀ ਈਜ਼ੀਲੀ, ਬਹੁਤ ਵੀਜ਼ਾਸ ਦੇ ਰਹੇ ਨੇ। ਈਵਨ UK ਇਜ਼ ਗਿਵਿੰਗ ਟੂਰਿਸਟ ਵੀਜ਼ਾਸ ਆਲਸੋ ਔਨ ਅ ਬਿਗ ਵੇ, ਬਹੁਤ ਵੀਜ਼ਾਸ ਦੇ ਰਿਹਾ। UK ਵੀ, ਸਾਡੇ ਵੀ ਰੀਸੈਂਟਲੀ ਬਹੁਤ ਸਾਰੀ ਫੈਮਲੀਜ਼ ਦੇ ਵੀਜ਼ਾ ਲੱਗ ਕੇ ਆਏ ਜਿਹੜੇ ਘੁੰਮਣ ਜਾਣਾ ਚਾਹੁੰਦੇ ਸੀ। France and Switzerland ਵੀ ਵੀਜ਼ਾ ਦੇ ਰਹੇ ਨੇ। Canada is always giving visas if you show that you have the right kind of documents. So if you have right kind of document, you can get Canada's tourist visa also. ਜਸਮੀਤ ਜੀ, ਕੈਨੇਡਾ ਦਾ ਵੀ ਕੋਈ ਟ੍ਰੈਂਡ ਹੁੰਦਾ ਹੈ, ਜਿਵੇਂ ਆਪਾਂ ਸਟੂਡੈਂਟ ਵੀਜ਼ਾ 'ਚ ਟ੍ਰੈਂਡ ਦੀ ਗੱਲ ਕਰਦੇ ਹਾਂ? ਸੋ ਟ੍ਰੈਂਡ ਦੀ ਅਸੀਂ ਗੱਲ ਕਰੀਏ ਤਾਂ ਟੂਰਿਸਟ ਵੀਜ਼ਾ ਦਾ ਕੋਈ ਟ੍ਰੈਂਡ ਨਹੀਂ ਹੁੰਦਾ। ਟੂਰਿਸਟ ਵੀਜ਼ਾ ਤਾਂ ਸਦਾ ਹੀ ਲੱਗਦੇ ਰਹਿੰਦੇ ਆ, ਚਾਹੇ ਤੁਸੀਂ ਜਿਹੜੇ ਮਰਜ਼ੀ ਕੰਟਰੀ 'ਚ ਅਪਲਾਈ ਕਰਨਾ ਹੋਏ, ਟੂਰਿਸਟ ਵੀਜ਼ਾ ਆਰ ਆਲਵੇਜ਼ ਕੀ ਕਹਿੰਦੇ ਆ, ਲੱਗਦੇ ਹੀ ਰਹਿੰਦੇ ਆ। ਤੁਸੀਂ ਕਦੀ ਇੱਦਾਂ ਦਾ ਕੋਈ ਟ੍ਰੈਂਡ ਨਹੀਂ ਹੁੰਦਾ ਸਟੂਡੈਂਟ ਵੀਜ਼ਾ 'ਚ। ਸਟੂਡੈਂਟ ਵੀਜ਼ਾ ਦਾ ਵੀ ਵੈਸੇ ਤਾਂ ਕੰਮ ਹੈ, ਕੋਈ ਟ੍ਰੈਂਡ ਨਹੀਂ ਹੁੰਦਾ, ਬਟ ਕਈ ਕੋਵਿਡ ਦੇ ਇੱਕ ਸਲੋ ਡਾਊਨ ਦੇ ਪਰਸਪੈਕਟਿਵ ਨਾਲ ਮੈਂ ਪੁੱਛ ਰਿਹਾ ਸੀ। ਯੈਸ, ਕੋਵਿਡ ਜਦੋਂ ਦੇਖੋ ਜਿਹੜੇ ਕੰਟਰੀ ਦੀਆਂ ਫਲਾਈਟਾਂ ਨਹੀਂ ਖੁੱਲੀਆਂ ਹੋਣਗੀਆਂ, ਉੱਥੇ ਤਾਂ ਆਪਾਂ ਟੂਰਿਸਟ ਵੀਜ਼ਾ ਕਿੱਦਾਂ ਅਪਲਾਈ ਕਰ ਸਕਦੇ ਹਾਂ। ਸੋ ਇਸੇ ਲਈ ਯੂਰਪ 'ਚ ਮੈਂ ਫਰਾਂਸ ਔਰ ਸਵਿਟਜ਼ਰਲੈਂਡ ਦਾ ਨਾਮ ਲਿਆ, UK ਦਾ ਨਾਮ ਲਿਆ, ਕੈਨੇਡਾ ਦਾ ਨਾਮ ਲਿਆ, USA ਦਾ ਵੀ ਟੂਰਿਸਟ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਮੈਂ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਨਾਮ ਇਸ ਲਈ ਨਹੀਂ ਲਿਆ, ਕਿਉਂਕਿ ਆਸਟ੍ਰੇਲੀਆ ਨਿਊਜ਼ੀਲੈਂਡ ਤਾਂ ਜਿਨ੍ਹਾਂ ਕੋਲ PR ਹੈਗੀ ਆ ਉਹ ਵੀ ਆਪਣੇ ਘਰ ਵਾਪਸ ਨਹੀਂ ਅੱਪੜ ਪਾਏ। So Australia, New Zealand right now borders are closed, so I will not advise you to apply for Australia, New Zealand tourist visa, but you can definitely apply for Canada, USA, France, Switzerland and UK, where these are the major countries ਜਿਹੜੇ ਮੈਂ ਇਸ ਟਾਈਮ 'ਤੇ ਕਿਸੇ ਨੂੰ ਵੀ ਗਾਈਡ ਕਰਾਂਗਾ। ਸੋ ਸਾਡੀ ਜਿਹੜੀ ਫੀਸ ਹੈ, that is also very very nominal, ਔਰ ਡਾਕੂਮੈਂਟੇਸ਼ਨ ਯੂ ਹੈਵ ਟੂ ਪ੍ਰੀਪੇਅਰ। ਸੋ ਡਾਕੂਮੈਂਟ ਜਿਹੜੇ ਹੈਗੇ ਆ ਉਹ ਤੁਹਾਨੂੰ ਹੀ ਪ੍ਰੀਪੇਅਰ ਕਰਨੇ ਪੈਣਗੇ, ਐਂਡ ਵੀ ਵਿਲ ਸਬਮਿਟ ਯੂਰ ਫਾਈਲ ਵਿਦ ਇਨ ਆਰ ਐਕਸਪਰਟ ਗਾਈਡੈਂਸ। ਸੋ ਕਿੰਨੀ ਕੁ ਦੇਰ ਦਾ ਪ੍ਰੋਸੈਸ ਹੋ ਜਾਂਦਾ ਜੀ ਟੋਟਲ ਫਾਈਲਿੰਗ ਦਾ? ਸੀ ਫਾਈਲਿੰਗ ਤਾਂ ਜੇ ਤੁਸੀਂ ਡਾਕੂਮੈਂਟ ਸਾਨੂੰ ਕੰਪਲੀਟ ਕਰਕੇ ਜਾਂਦੇ ਹੋ, ਵੀ ਵਿਲ ਸਬਮਿਟ ਯੂਰ ਫਾਈਲ ਇਨ 10 ਡੇਜ਼। ਸੋ ਜੇ ਤੁਹਾਡੇ ਡਾਕੂਮੈਂਟ ਸਾਰੇ ਕੰਪਲੀਟ ਹੈ, ਵੀ ਵਿਲ ਸਬਮਿਟ ਯੂਰ ਫਾਈਲ ਇਨ 10 ਡੇਜ਼। ਬਾਕੀ ਐਮਬੈਸੀ ਦੇ ਉੱਤੇ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਫਰਾਂਸ 15 ਦਿਨ ਦੇ ਅੰਦਰ। ਜਿਹੜੇ ਹਜੇ ਮਨ ਨਹੀਂ ਬਣਾ ਸਕੇ ਕਿ ਕਿਹੜੇ ਕੰਟਰੀ 'ਚ ਜਾਇਆ ਜਾਵੇ, ਉਹਨਾਂ ਨੂੰ ਥੋੜ੍ਹਾ ਸੁਜੈਸਟ ਕਰੋ ਕਿਹੜਾ ਕੰਟਰੀ ਈਜ਼ੀ ਰਹੇਗਾ। ਤੁਸੀਂ ਦੇਖੋ, ਇਫ ਯੂ ਹੈਵ ਰਿਲੇਟਿਵਸ ਇਨ ਕੈਨੇਡਾ, ਯੂ ਹੈਵ ਫਰੈਂਡਸ ਇਨ ਕੈਨੇਡਾ, you have traveled to Europe, UK before, or you have a good travel history also, ਚਾਹੇ UK Europe ਦੀ ਨਹੀਂ ਹੈਗੀ, ਦੁਬਈ, ਸਿੰਗਾਪੁਰ, ਔਰ ਤੁਸੀਂ 5-7 ਕੰਟਰੀ ਘੁੰਮੇ ਹੋਏ ਹੋ, you can definitely apply for Canada. But if you do not have a travel history and ਤੁਹਾਡਾ ਉੱਥੇ ਰਿਸ਼ਤੇਦਾਰ ਵੀ ਨਹੀਂ ਹੈਗਾ, then you should apply for UK, France, Switzerland. You should start traveling. ਸੋ ਕੋਵਿਡ ਤੋਂ ਬਾਅਦ ਟੂਰਿਸਟ ਜਿਹੜਾ ਵੀਜ਼ਾ ਆ
ਉਹ ਤੁਸੀਂ ਕਹਿ ਰਹੇ ਹੋ ਪੋਜ਼ਿਟਿਵ ਚੱਲ ਰਿਹਾ, ਤਾਂ ਬਹੁਤ ਸਾਰੀ ਕੰਟਰੀਜ਼ ਦੀਆਂ ਆਪਸ਼ਨਸ ਨੇ। ਸੋ ਕੈਨੇਡਾ ਦੀ ਜੇ ਗੱਲ ਕਰੀਏ ਡਾਕੂਮੈਂਟੇਸ਼ਨ 'ਚ ਕੀ ਚਾਹੀਦਾ ਹੁੰਦਾ ਹੈ, ਕਿੰਨਾ ਕੁ ਖਰਚਾ ਆ ਜਾਂਦਾ? ਸੀ ਡਾਕੂਮੈਂਟੇਸ਼ਨ ਬੜੀ ਸਿੰਪਲ ਹੈ, ਕੋਈ ਜ਼ਿਆਦਾ ਡਾਕੂਮੈਂਟਸ ਦੀ ਲੋੜ ਨਹੀਂ ਹੁੰਦੀ, ਬਟ ਜੇ ਤੁਹਾਡੇ ਕੋਲ ਸਪੋਂਸਰਸ਼ਿਪ ਆ ਰਹੀ ਹੈ ਦੈਨ ਯੂ ਵਿਲ ਨੀਡ ਅ ਸਪੋਂਸਰਸ਼ਿਪ from the country you are going, any country, ਕਿਸੇ ਵੀ country ਜਾ ਰਹੇ ਹੋ, you must prove that you have sponsorship and you should have place to stay, ਕਿ ਉੱਥੇ ਕਿੱਥੇ ਜਾ ਕੇ ਰਹੋਗੇ, ਬਿਕੋਜ਼ ਸਾਨੂੰ ਫਾਰਮ 'ਚ ਐਡਰੈਸ ਭਰਨਾ ਪੈਂਦਾ ਹੈ ਕਿ ਵੇਅਰ ਆਰ ਯੂ ਗੋਇੰਗ, ਐਂਡ ਉਸ ਤੋਂ ਬਾਅਦ ਯੂ ਸ਼ੁੱਡ ਹੈਵ ਸਫੀਸ਼ੀਐਂਟ ਫੰਡਸ, ਮਤਲਬ ਜੋ ਸਪੋਜ਼ ਤੁਹਾਡੇ ਕੋਲ ਉਹ ਪੈਸੇ ਹੋਣੇ ਚਾਹੀਦੇ ਹੈ ਜੇ ਤੁਸੀਂ ਘੁੰਮਣ ਜਾ ਰਹੇ, ਸਪੋਜ਼ ਤੁਸੀਂ 10 ਦਿਨ ਕੈਨੇਡਾ ਘੁੰਮਣ ਜਾ ਰਹੇ ਹੋ ਤਾਂ ਅੱਜ ਦੀ ਰੇਟ 'ਚ ਟਿਕਟਾਂ ਇੰਨੀਆਂ ਮਹਿੰਗੀਆਂ ਹੋ ਗਈਆਂ, ਪਹਿਲਾਂ ਆਉਣ ਜਾਣ ਦੀ ਟਿਕਟ 60-70 ਹਜ਼ਾਰ ਦੀ ਆ ਜਾਂਦੀ ਸੀ, ਹੁਣ ਆਉਣ ਜਾਣ ਦੀ ਟਿਕਟ 1.5-2 ਲੱਖ ਦੀ ਹੈਗੀ ਹੈ। ਸੋ ਜੇ ਤੁਸੀਂ ਆਪਣੇ ਰਿਸ਼ਤੇਦਾਰ ਕੋਲ ਵੀ ਜਾ ਰਹੇ ਹੋ ਤਾਂ ਕਈ ਵਾਰੀ ਮੈਨੂੰ ਬਹੁਤ ਲੋਕ ਇਹ ਸਵਾਲ ਪੁੱਛਦੇ ਆ ਕਿ ਮੈਂ ਤਾਂ ਆਪਣੇ ਰਿਸ਼ਤੇਦਾਰ ਕੋਲ ਜਾ ਰਿਹਾ ਕੈਨੇਡਾ, ਮੈਨੂੰ ਪੈਸੇ ਸ਼ੋਅ ਕਰਨ ਦੀ ਕੀ ਲੋੜ ਹੈ, ਉਹ ਮੈਨੂੰ ਰੱਖੇਗਾ, ਉਹ ਮੈਨੂੰ ਖਵਾਏਗਾ। ਸਪੋਜ਼ ਯੂ ਆਰ ਟਰੈਵਲਿੰਗ ਆਲਸੋ, ਤਾਂ ਵੀ ਤੁਸੀਂ ਐਜ਼ ਅ ਕਪਲ, ਜੇ ਤੁਸੀਂ ਕਪਲ ਜਾਂਦੇ ਹੋ ਤਾਂ 4-5 ਲੱਖ ਖਰਚਾ ਆ ਜਾਣਾ ਟਿਕਟਾਂ ਦਾ, ਟਰੈਵਲ ਛੋਟਾ ਮੋਟਾ ਘੁੰਮੋਗੇ ਫਿਰੋਗੇ। ਸੋ ਇਫ ਯੂ ਡੋਂਟ ਹੈਵ 5-6 lakhs ਇਨ ਯੂਰ ਅਕਾਊਂਟ ਤਾਂ ਤੁਸੀਂ ਬਾਹਰ ਘੁੰਮਣ ਜਾਂ ਟੂਰਿਸਟ ਵੀਜ਼ਾ ਤੁਹਾਨੂੰ ਕਿਉਂ ਦਿੱਤਾ ਜਾਏ? ਸੋ ਦੇਖੋ, ਯੂ ਸ਼ੁੱਡ ਹੈਵ ਗੁੱਡ ਅਮਾਊਂਟ ਆਫ ਲਿਕੁਇਡ ਮਨੀ ਇਨ ਯੂਰ ਅਕਾਊਂਟ, ਦਿਸ ਇਜ਼ ਫਰਸਟ ਥਿੰਗ। ਸੋ ਸਪੋਜ਼ ਤੁਹਾਡੇ ਕੋਲ ਉੱਥੇ ਕੋਈ ਰਿਸ਼ਤੇਦਾਰ ਨਹੀਂ ਹੈ, ਕੋਈ ਫਰੈਂਡ ਨਹੀਂ ਹੈ, ਕੋਈ ਅਕੋਮੋਡੇਸ਼ਨ ਦੀ ਹੈ ਨਹੀਂ, ਬਟ ਦੈਨ ਯੂ ਵਿਲ have an hotel booking, then you should prove that you have booked a hotel booking, you have booked your flights or flight details maybe, so you should have those details with you कि मैं अपनी होटल बुकिंग की हुई है और मैं इस होटल से जाके रुकांगा। So this is all needed for all the countries, ਤੁਸੀਂ ਕਿਉਂਕਿ ਕੰਟਰੀ ਨਹੀਂ, ਬਟ ਦਿਸ ਇਜ਼ ਆਲ ਨੀਡਡ ਫॉर ਆਲ ਦ ਕੰਟਰੀਜ਼। ਐਂਡ ਸੀ ਯੂ ਜੋ ਡਾਕੂਮੈਂਟਸ ਦੀ ਅਸੀਂ ਗੱਲ ਕਰੀਏ ਤਾਂ ਯੂ ਸ਼ੁੱਡ ਹੈਵ ਲਿਕੁਇਡ ਫੰਡਸ, योर प्रॉपर्टी वैल्यूएशन और योर ਕੀ ਕਹਿੰਦੇ ਆ, ਜੇ ਅਸੀਂ ਗੱਲ ਕਰਦੇ ਹਾਂ ਤਾਂ CA ਰਿਪੋਰਟ ਐਂਡ ਯੋਰ ਐਨੂਅਲ ਇਨਕਮ, ਕਿ ਤੁਸੀਂ ਕੀ ਕਹਿੰਦੇ ਆ ਐਨੂਅਲ ਇਨਕਮ ਤੁਹਾਡੀ ਕਿੰਨੀ ਹੈਗੀ ਹੈ। ਸੋ ਉਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਸਪੋਜ਼ ਤੁਸੀਂ ਯੰਗਸਟਰ ਹੋ ਐਂਡ ਤੁਸੀਂ ਰੀਸੈਂਟਲੀ ਮੈਰਿਡ ਹੋ ਐਂਡ ਯੂ ਵਾਂਟ ਟੂ ਗੋ ਔਨ ਅ ਹਨੀਮੂਨ ਟ੍ਰਿਪ ਆਲਸੋ, ਸਪੋਜ਼ ਬਹੁਤ ਸਾਰੇ ਬੰਦੇ ਹਨੀਮੂਨ ਟ੍ਰਿਪ 'ਤੇ ਤੁਸੀਂ ਸਵਿਟਜ਼ਰਲੈਂਡ ਜਾਣਾ ਚਾਹੁੰਦੇ ਹੋ, ਬਿਕੋਜ਼ ਸਵਿਟਜ਼ਰਲੈਂਡ ਇਜ਼ ਅ ਵੈਰੀ ਟੌਪ ਡੈਸਟੀਨੇਸ਼ਨ। ਸੋ ਬਟ ਯੂ ਆਰ ਡਿਪੈਂਡੈਂਟ ਔਨ ਯੋਰ ਪੈਰੈਂਟਸ, so you can show your parents all the documents of your parents and your parents can sponsor your trip also, so this is also a possibility। so right now documentation ਦੇਖੋ ਅਸੀਂ expert ਹਾਂ, we will guide you, but document ਤੁਸੀਂ ਸਾਰੇ ਦੇਣੇ ਆ, we don't help anybody in any document, ਕਿਉਂਕਿ ਮੈਂ ਦੇਖਦਾ ਕਿ ਇੱਥੇ ਵੀ ਬੜੀ ਮਿਸਗਾਈਡੈਂਸ ਹੁੰਦੀ ਹੈ ਕਿ ਡਾਕੂਮੈਂਟ ਅਸੀਂ ਬਣਾ ਦਾਂਗੇ। ਅਸੀਂ ਦੇਖੋ ਜਦੋਂ ਤੁਸੀਂ ਫਰੋਡ ਕਰਦੇ ਹੋ ਜਾਂ ਕਿਸੇ ਕੋਈ ਵੀ ਡਾਕੂਮੈਂਟ ਨਕਲੀ ਕਰਦੇ ਹੋ ਤਾਂ ਬੈਨ ਲੱਗਦੇ ਆ ਅੱਜ ਕੱਲ੍ਹ। ਸੋ ਯੂਜ਼ ਓਨਲੀ ਜੈਨੂਇਨ ਡਾਕੂਮੈਂਟਸ ਵੈਨ ਯੂ ਆਰ ਅਪਲਾਈਂਗ ਫॉर ਐਨੀ ਕਾਈਂਡ ਆਫ ਵੀਜ਼ਾ। ਰਿਫਿਊਜ਼ਲ ਆ ਜਾਂਦੀ ਹੈ, ਡਜ਼ਨਟ ਮੈਟਰ, ਯੂ ਕੈਨ ਅਪਲਾਈ ਅਗੇਨ, ਬਟ ਜੇ ਬੈਨ ਆ ਜਾਂਦਾ ਯੂ ਵਿਲ ਨਾਟ ਬੀ ਏਬਲ ਟੂ ਟਰੈਵਲ ਟੂ ਦੈਟ ਕੰਟਰੀ। ਸੋ ਲੈਂਡਮਾਰਕ ਤੋਂ ਅਪਲਾਈ ਕਰਨ ਦਾ ਕੀ ਐਕਸਟਰਾ ਬੈਨੀਫਿਟ ਹੁੰਦਾ ਹੈ? ਇਹਦੇ 'ਚ ਮੈਟਰ ਕਰਦਾ ਕਿ ਐਕਸਪੀਰੀਅੰਸਡ ਹੋਵੇ ਤੁਹਾਡਾ ਏਜੰਟ? ਬਿਲਕੁਲ ਮੈਟਰ ਕਰਦਾ ਸਰ। ਫਾਈਲ ਕਿੱਦਾਂ ਪੁੱਟ ਕਰਨੀ ਹੈ, ਇਹਦੇ 'ਚ ਤਾਂ ਫਾਈਲ ਪੁੱਟ ਅਪ ਕਰਨੀ ਹੁੰਦੀ। ਜਿਵੇਂ USA ਦੀ ਅਸੀਂ ਗੱਲ ਕਰੀਏ, USA 'ਚ ਵੀ ਫਾਰਮਸ ਭਰਨੇ ਹੁੰਦੇ ਆ। ਇੰਟਰਵਿਊ ਇਜ਼ ਵੈਰੀ ਵੈਰੀ ਇੰਪੋਰਟੈਂਟ ਇਨ USA ਟੂਰਿਸਟ ਵੀਜ਼ਾ। ਸੋ ਫਰੈਂਡਸ, ਟੂਰਿਸਟ ਵੀਜ਼ਾ ਆਪਣੇ ਆਪ 'ਚ ਇੱਕ ਬਹੁਤ ਵੱਡਾ ਸੈਗਮੈਂਟ ਹੈ ਤੇ ਹੁਣ ਬਹੁਤ ਸਾਰੇ ਜਿਹੜੇ ਫਰੈਂਡਸ ਨੇ ਉਹ ਇਹਦੇ 'ਚ ਇੰਟਰਸਟ ਦਿਖਾਉਣ ਲੱਗ ਗਏ ਨੇ। ਅਲੱਗ-ਅਲੱਗ ਕੰਟਰੀਜ਼ ਦੀ ਵੀ ਇੱਕ ਸੀਰੀਜ਼ ਅਸੀਂ ਤੁਹਾਡੇ ਕੋਲ ਛੇਤੀ ਲੈ ਕੇ ਆਵਾਂਗੇ, ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਸੋ ਫਰੈਂਡਸ, ਬਹੁਤ ਰੀਸੈਂਟਲੀ ਇੱਕ ਸੈਮੀਨਾਰਸ ਦੀ ਸੀਰੀਜ਼ ਵੀ ਲੈਂਡਮਾਰਕ ਲੈ ਕੇ ਆ ਰਿਹਾ। ਜੇ ਤੁਸੀਂ ਟੂਰਿਸਟ ਵੀਜ਼ਾ ਦੇ ਰਿਗਾਰਡਿੰਗ ਵੀ ਕੋਈ ਸਲਾਹ ਲੈਣਾ ਚਾਹੁੰਦੇ ਹੋ, ਆਪਣੇ ਡਾਕੂਮੈਂਟਸ ਚੈੱਕ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਸੈਮੀਨਾਰਸ ਦੇ ਵਿੱਚ ਆ ਸਕਦੇ ਹੋ। ਸੈਮੀਨਾਰਸ ਦੀ ਪੂਰੀ ਜਾਣਕਾਰੀ ਤੁਹਾਨੂੰ ਭਾਟੀਆ ਜੀ ਦੇ ਰਹੇ ਨੇ। ਸੋ ਇੰਟਰਨੈਸ਼ਨਲ ਐਜੂਕੇਸ਼ਨ ਐਕਸਪੋ ਤਾਂ ਅਸੀਂ ਲੈ ਕੇ ਹੀ ਆ ਰਹੇ ਹਾਂ, ਬਟ ਉਹਦੇ ਨਾਲ ਤੁਸੀਂ PR, ਟੂਰਿਸਟ ਵੀਜ਼ਾ, ਆਈਲੈਟਸ ਤੇ ਕਿਸੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਸੈਮੀਨਾਰ 'ਚ ਵਾਕ ਇਨ ਕਰ ਸਕਦੇ ਹੋ। 10 ਦਸੰਬਰ ਨੂੰ ਅੰਮ੍ਰਿਤਸਰ ਹੋਟਲ ਬੈਸਟ ਵੈਸਟਰਨ 'ਚ, 11 ਦਸੰਬਰ ਨੂੰ ਜਲੰਧਰ ਹੋਟਲ ਬੈਸਟ ਵੈਸਟਰਨ ਪਲੱਸ, ਜਿਹੜਾ ਕਿ ਪਹਿਲਾਂ ਕੰਟਰੀ ਜਾਣਿਆ ਜਾਂਦਾ ਸੀ, 12 ਦਸੰਬਰ ਨੂੰ ਲੁਧਿਆਣਾ ਹੋਟਲ ਪਾਰਕ ਪਲਾਜ਼ਾ 'ਚ। ਜ਼ਰੂਰ ਹਿੱਸਾ ਬਣੋ, ਸਾਡੀ ਸੀਨੀਅਰ ਟੀਮ ਨੂੰ ਮਿਲੋ ਔਰ ਆਪਣੇ ਡਾਊਟਸ ਕਲੀਅਰ ਕਰੋ। ਸੋ ਬਹੁਤ-ਬਹੁਤ ਧੰਨਵਾਦ ਸ਼ੋਅ ਦੇਖਣ ਲਈ। ਅੱਗੇ ਵੀ ਇਨਫੋਰਮੇਟਿਵ ਸ਼ੋਅਜ਼ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਵਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ।